ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਅੱਜ ਦੀ ਕੜੀ ਦੇ ਵਿੱਚ ਜੋ ਮਾਨਸਿਕ ਸਵਾਸਥ ਦੇ ਉੱਤੇ ਵਿਚਾਰ ਚੱਲ ਰਹੇ ਸੀ, ਅੱਜ ਮਾਨਸਿਕ ਸਵਾਸਥ ਦੀ ਬਿਮਾਰੀਆਂ ਨੂੰ ਅੱਛੀ ਤਰ੍ਹਾਂ ਸਮਝੀਏ। ਪਹਿਲੇ ਮੈਂ ਡੈਫੀਨੇਸ਼ਨ ਦਿੱਤੀ ਸੀ ਜੋ WHO ਨੇ, ਵਿਸ਼ਵ ਸਵਸਥ ਸੰਘ ਨੇ, ਕਿ 4 ਪ੍ਰਕਾਰ ਦੀ ਸਵਾਸਥ ਦੇ ਵਿੱਚੋਂ ਜਿਹੜੀ ਉਹਨਾਂ ਨੇ ਚੌਥੀ ਕੜੀ ਜੋੜੀ ਹੈ ਉਹ ਹੈ ਅਧਿਆਤਮਿਕ ਸਵਾਸਥ। ਪਹਿਲੇ WHO ਨੇ ਟਾਰਗੇਟ ਦਿੱਤਾ ਸੀ ਕਿ ਹੈਲਥ ਫॉर ਆਲ ਬਾਈ 2000 AD, ਕਿ 2000 ਤੱਕ ਸਾਰੀ ਦੁਨੀਆ ਸਵਸਥ ਹੋ ਜਾਏਗੀ। ਪਰ ਕੀ ਹੋਇਆ? ਅੱਜ ਆਪਾਂ ਦੇਖ ਰਹੇ ਹਾਂ ਫਿਰ ਉਹਨਾਂ ਨੇ 2020 ਤੱਕ ਐਕਸਟੈਂਡ ਕਰ ਦਿੱਤੀ। ਇਹ ਦੇਖਿਆ ਜਾ ਰਿਹਾ ਹੈ ਕਿ ਅੱਜ ਤੋਂ 70 ਸਾਲ 80 ਸਾਲ ਪਹਿਲਾਂ ਇਹ ਬਿਮਾਰੀਆਂ ਨਹੀਂ ਸੀ। ਕੈਂਸਰ ਦੇ ਕੇਸ ਵੀ ਕੋਈ ਕੈਜੂਅਲ ਕੇਸ ਕੋਈ। ਔਰ ਅੱਜ ਅਸੀਂ ਦੇਖਦੇ ਹਾਂ ਸਾਇੰਸ ਔਰ ਟੈਕਨੋਲੋਜੀ ਔਰ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਕਿ ਉਸ ਟਾਈਮ ਤੇ ਸਿਰਫ ਐਕਸਰੇ ਹੁੰਦਾ ਸੀ, ਪਰ ਉਸ ਤੋਂ ਮਗਰੋਂ ਕੀ ਹੋਇਆ? ECG ਵੀ ਆ ਗਈ, ਇਨਵੈਸਟੀਗੇਸ਼ਨ ਕਿੰਨੇ ਅੱਛੇ ਆ ਗਏ, MRI ਆ ਗਈ। ਤੁਸੀਂ ਕਿਸੇ ਵੀ ਚੀਜ਼ ਦੀ ਅੱਜ ਜਾਂਚ ਕਰ ਸਕਦੇ। ਪਰ ਕੀ ਹੋਇਆ ਕਿ ਬਿਮਾਰੀਆਂ ਘਟੀਆਂ? ਬਿਮਾਰੀਆਂ ਵੱਧ ਰਹੀਆਂ ਹੈ। ਮੇਰਾ ਜੋ ਵਿਚਾਰ ਹੈ ਉਹ ਅਧਿਆਤਮਿਕ ਸਵਾਸਥ ਨੂੰ ਸਮਝਣਾ ਹੈ, ਕਿਉਂਕਿ ਅਧਿਆਤਮਿਕ ਸਵਾਸਥ ਤੋਂ ਹੀ ਬਿਮਾਰੀ ਸ਼ੁਰੂ ਹੋਈ। ਜਦੋਂ ਉਸ ਦੀ ਅਵਗਿਆ ਹੋਈ, ਆਪਾਂ ਦੇਖਦੇ ਹਾਂ ਕਿ ਬ੍ਰਹਮਾ ਕੁਮਾਰੀਜ਼ ਦਾ ਇੱਕ ਪ੍ਰੋਜੈਕਟ ਸ਼ੁਰੂ ਹੋਇਆ, ਵੈਲਿਊਜ਼ ਇਨ ਹੈਲਥ ਕੇਅਰ ਐਂਡ ਸਪਿਰਿਚੁਅਲਿਟੀ, ਕਿ ਸਿਹਤ ਦੇ ਸੰਬੰਧ ਵਿੱਚ ਅੱਜ ਮਰਿਆਦਾ, ਜੀਵਨ ਦੇ ਮੁੱਲ, ਕਦਰਾਂ ਔਰ ਕੀਮਤਾਂ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਈਆਂ ਸੀ। ਧਰਮ ਗੁਰੂਆਂ ਨੇ ਅੱਜ ਵੱਡੇ ਵੱਡੇ ਗ੍ਰੰਥ ਵੀ ਬਣੇ, ਗੁਰਬਾਣੀ, ਗੀਤਾ ਔਰ ਕੁਰਾਨ ਔਰ ਬਾਈਬਲ। ਜੇ ਉਹਦੀ ਅੱਛੀ ਤਰ੍ਹਾਂ ਸਟੱਡੀ ਕੀਤੀ ਜਾਵੇ ਤਾਂ ਉਹਦੇ ਵਿੱਚ ਕਿੰਨੇ ਨੈਤਿਕ ਗੁਣ ਹੈ, ਪਰ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੱਤਾ। ਪਹਿਲਾਂ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ, ਬੱਚੇ ਵੀ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਫੋਲੋ ਕਰਦੇ ਸੀ। ਉਹਨਾਂ ਦੇ ਜਿਹੜੇ ਰੋਲ ਮਾਡਲ ਸੀ, ਉਹਨਾਂ ਦੇ ਪੇਰੈਂਟਸ ਸੀ, ਉਹਨਾਂ ਦੇ ਟੀਚਰ ਸੀ, ਜੋ ਸਿੱਖਸ਼ਕ ਵਰਗ ਸੀ। ਉਸ ਟਾਈਮ ਵੀ ਮੈਂ ਦੇਖਿਆ ਕਿ ਅੱਜ ਤੋਂ 70 ਸਾਲ ਪਹਿਲਾਂ ਤੱਕ ਲੋਕ ਗੁਰਦੁਆਰਿਆਂ ਵਿੱਚ ਹੀ ਪੜ੍ਹਦੇ ਸੀ। ਫਿਰ ਉਸ ਤੋਂ ਮਗਰੋਂ ਪ੍ਰਾਇਮਰੀ ਸਕੂਲ ਸ਼ੁਰੂ ਹੋਏ। ਅੱਜ ਤੱਕ ਕੋਈ ਡਿਗਰੀਆਂ ਦਾ ਅੰਤ ਹੀ ਨਹੀਂ, ਕਾਲਜਿਸ ਦਾ ਅੰਤ ਹੀ ਨਹੀਂ, ਔਰ ਟ੍ਰੇਨਰਸ ਵੀ ਬਹੁਤ ਅੱਛੇ ਟ੍ਰੇਨਿੰਗ ਦੇਣੇ ਵਾਲੇ ਵੀ ਬਹੁਤ ਅੱਛੇ ਨੇ। ਪਰ ਕਦਰਾਂ ਕੀਮਤਾਂ ਕਿੱਧਰ ਚਲੀਆਂ ਗਈਆਂ? ਮਨੁੱਖ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਹਾਲ ਦੇ ਵਿੱਚ ਮਹਿਸੂਸ ਕਰ ਰਿਹਾ ਹੈ, ਜਿਸ ਟਾਹਣੀ ਤੇ ਉਹ ਬੈਠਾ ਉਸੇ ਨੂੰ ਉਹ ਕੱਟ ਰਿਹਾ। ਇੱਕ ਅੰਬੈਸਡਰ ਕਾਰ ਜਿਹੜੀ ਬਿਲਕੁਲ ਨਵੀਂ ਹੈ, ਉਸ ਵਿੱਚ ਬੈਠਾ ਹੋਇਆ ਡਰਾਈਵਰ ਹੈ, ਉਹ ਡਰਾਈਵਰ ਉਸ ਨੂੰ ਕੰਟਰੋਲ ਕਰ ਰਿਹਾ ਹੈ। ਕਿਸੇ ਕਾਰਨ ਵਸ ਵੀ ਅਗਰ ਉਹਦੀ ਮੇਨਟੇਨੈਂਸ ਨਹੀਂ ਕਰਦਾ, ਗੱਡੀ ਹੌਲੀ ਹੌਲੀ ਪੁਰਾਣੀ ਹੋ ਜਾਂਦੀ। ਅਸੀਂ ਦੇਖਿਆ ਕਿ ਜੇ ਸਾਡਾ ਸਰੀਰ ਜੋ ਹੈ ਇੱਕ ਕਾਰ ਦੇ ਸਮਾਨ ਹੈ, ਇੱਕ ਅੱਛੀ ਅੰਬੈਸਡਰ ਕਾਰ ਦੀ ਤਰ੍ਹਾਂ ਹੈ, ਪਰ ਇਸ ਨੂੰ ਚਲਾਉਣ ਵਾਲੇ ਡਰਾਈਵਰ ਦਾ ਸਾਨੂੰ ਗਿਆਨ ਨਹੀਂ ਹੈ, ਆਪਣੇ ਆਪ ਦਾ ਗਿਆਨ ਨਹੀਂ ਹੈ, ਸੈਲਫ ਅਵੇਅਰਨੈਸ ਨਹੀਂ ਹੈ, ਜਾਗਰਤੀ ਨਹੀਂ ਹੈ। ਜਦੋਂ ਸਾਡੇ ਵਿੱਚ ਜਾਗਰਤੀ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਕਦਰਾਂ ਕੀਮਤਾਂ ਦੀ ਵਾਸਤਵਿਕਤਾ ਨੂੰ ਸਮਝਦੇ ਹੋਏ ਆਪਣੇ ਜੀਵਨ ਵਿੱਚ ਉਹਨਾਂ ਨੂੰ ਲੈ ਕੇ ਆਉਂਦੇ ਹਾਂ। ਸਾਡਾ ਸਵਾਸਥ ਬਹੁਤ ਅੱਛਾ ਬਣ ਜਾਂਦਾ ਹੈ। ਔਰ ਇਹ ਦੇਖਿਆ ਗਿਆ ਹੈ
कि अज स्नेह की शक्ति, प्यार की शक्ति और परिवारां दे संगठन की शक्ति वो खत्म होती जा रही है। छोटे छोटे परिवार भी बिखरते जा रहे हैं। जीवन दे विच खुशी नहीं है। आपां जरूर कहते हैं हैल्थ, वैल्थ और हैप्पीनेस। अगर हैल्थ है तो संपत्ति भी चंगी लगती है, जीवन च खुशी भी आती है। तो अज वो चीज़ां नहीं है। मैं पहले ही ये गल्लां दस चुकिया हाँ कि खुशी तो गायब ही हो गई है। और WHO ने जो सानू टारगेट दिता है उस दे विच ये दस्या कि बीमारियां ना होना ही बंदे दा तंदुरुस्त नहीं है, क्योंकि बंदे दा खुश रहना, वैलबींग, अच्छी अवस्था विच रहना, उन्होंने कहने आ संपूर्ण हेल्थ, संपूर्ण स्वास्थ्य। पर अज वो संपूर्ण स्वास्थ्य गायब हो रही है। असी देखते हाँ रोज अज मानसिक रोग वध रहे हैं। देखा गया है कि पहला थोड़ी टेंशन शुरू हुई, 40 साल पहला कुछ मामूली जी टेंशन हुई, पर साडी जड़ी शक्ति सी जिहड़ी उस टेंशन नूं कोप करन दी सी, ਉਹਨੂੰ बर्दाश्त करन दी सी, ਉਹ ਉਸ ਤੋਂ ਕਿਤੇ ਵੱਧ ਸੀ। ਇਸ ਵਾਸਤੇ ਉਹ ਤਣਾਅ नहीं लगता सी। ਉਹਨੂੰ ਅਸੀਂ ਕਹਿੰਦੇ ਸੀਗੇ ਵੀ ਬੰਦਾ ਚੁਸਤ ਦਰੁਸਤ ਹੈ, ਬਿਲਕੁਲ ਠੀਕ ਹੈ। ਪਰ ਅੱਜ ਜਿਹੜਾ ਹੈ ਉਹ ਵੱਧਦੇ ਉਹ ਰੋਗ ਸਟ੍ਰੈਸ ਦੇ ਵਿੱਚ ਲੱਗ ਗਿਆ, ਇੱਥੋਂ ਤੱਕ ਕਿ ਪੈਨਿਕ ਵੀ ਸ਼ੁਰੂ ਹੋ ਗਈ ਹੈ। ਔਰ ਦੂਸਰੀ ਗੱਲ ਇਹ ਚੀਜ਼ ਦੇਖੀ ਕਿ ਜਿਹੜਾ ਤਣਾਅ ਹੈ ਉਹ ਜਿਉਂ-ਜਿਉਂ ਵੱਧਦਾ ਗਿਆ और हौली हौली की होया उस तनाव ने साढ़े स्वास्थ्य हैल्थ के उत्ते बहुत बुरा प्रभाव पाया। और असी देखते हाँ कि साडा जिहड़ा प्रभाव है शरीर उपर तनाव का आ रहा है, उहदे नाल एक रिसर्च की गई कि एक चूहे नूं पिंजरे च बंद कर दिता, उहनूं एक लो लेवल का शौक दिता गया और वो शौक इन्ना ज़्यादा घट सीगा कि चूहे दे उत्ते कोई उसका विशेष असर नहीं सी। पर चूहे नूं देखा गया कि चूहा दे अंदर उसकी चमड़ी विच परिवर्तन होना शुरू हो गया और चलते चलते हौली आखिर उसने अपना शरीर अपना मृत्यु हो गई, मर गया। जदों उसका पोस्टमार्टम किया गया तो यह देखा गया कि वो शौक ने उसनूं खत्म नहीं किया, पर उस दे मन की जोड़ी टेंशन सी, तनाव सी, उसने उस चूहे नूं खत्म किया। अज वो हालत साडे इंसान दी है। अज दा मनुष्य तनाव विच जीवन व्यतीत कर रहा है और वो तनाव उसनूं हौली लेके जा रहा है, क्योंकि अपनी गल चल रही सी विचारां दी शक्ति दे उत्ते कि जिहड़े नैगेटिव विचार है ਜਾਂ टॉक्सिक विचार है वो व्यक्ति के अंदर चलते रहते हैं। बदले की भावना, नफरत, ईर्षा, द्वेष, आपस विच ही तनाव वध जाना, परिवारां दे विच तनाव वध जाना। जदों असीं एक दूसरे नूं देखते हैं तो प्यार काम नहीं करता, नफरत क्रिएट हो जाती है। तो कहने का भाव यह होया कि वो चूहे वाली हालत अज साडे उत्ते प्रैक्टिकल आ रही है कि साडी चमड़ी दे अंदर जदों तनाव वधदा है तो साडी तनाव दे विच चमड़ी परिवर्तन आना शुरू हो जाता है। और इस तरह ही देखा गया कि इस दे अंदर अल्सर पैदा हो जाते हैं, जिन्हों असीं गैस्ट्रिक, डिओडिनल या पैप्टिक अल्सर कहते हैं। आंतड़ियां दे रोग शुरू हो जाते हैं। पहला तो बीमारी मन विच आई सी ना, पर मगरों उही बीमारी हौली चलते चलते उसने अज साडे लाइफ स्पैन नूं, साडी जिंदगी नूं, साडी उम्र नूं घटाउणा शुरू कर दिता। इस वास्ते ही अज बेशक
ਮੈਡੀਕਲ ਸਾਇੰਸ ਨੇ ਦਵਾਈਆਂ ਦੇ ਦੁਆਰਾ ਲਾਈਫ ਸਪੈਨ ਨੂੰ ਵਧਾ ਦਿੱਤਾ ਹੈ, ਪਰ ਜਿਹੜਾ ਜੀਵਨ ਹੈ ਉਹ ਸੁਖੀ ਨਹੀਂ ਹੈ, ਸ਼ਾਂਤ ਨਹੀਂ ਹੈ, ਔਰ ਦੁੱਖ ਦੇ ਬਾਦਲ ਚਾਰੋਂ ਤਰਫ ਮੰਡਰਾ ਰਹੇ ਹਨ। ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਅਧਿਆਤਮਿਕ ਸਵਾਸਥ ਹੈ, ਉਹ ਸਵਾਸਥ ਕੀ ਹੈ? ਉਹ ਸਵਾਸਥ ਇਹ ਹੈ ਕਿ ਬੰਦਾ ਇੱਕ ਸਰੀਰ ਔਰ ਇੱਕ ਕੌਨਸ਼ੀਅਸਨੈਸ, ਦੋ ਚੀਜ਼ਾਂ ਦੇ ਨਾਲ ਬਣਿਆ ਹੋਇਆ ਹੈ। ਜਿਸ ਤਰ੍ਹਾਂ ਅਸੀਂ ਦੇਖੀਏ ਕਿ ਇਹ ਸਰੀਰ ਰੂਪੀ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਕੌਣ ਹੈ, ਇਹਨੂੰ ਮੇਨਟੇਨ ਕਰਨ ਵਾਲਾ ਕੌਣ ਹੈ, ਤੇ ਮਾਈਂਡ ਇਹਨੂੰ ਮੈਨੇਜਮੈਂਟ ਕਰਨ ਵਾਲਾ ਕੌਣ ਹੈ? ਉਹਨੂੰ ਅਸੀਂ ਕੌਨਸ਼ੀਅਸ ਕਹਿ ਦਿੰਦੇ ਹਾਂ, ਚੇਤਨਾ ਕਹਿ ਦਿੰਦੇ ਹਾਂ। ਔਰ ਦੂਸਰੀ ਗੱਲ ਇਹ ਹੈ ਕਿ ਚੇਤਨ ਜਿਹੜੀ ਸ਼ਕਤੀ ਹੈ ਉਸ ਨੂੰ ਅਸੀਂ ਰੂਹ ਵੀ ਕਹਿ ਦਿੰਦੇ ਹਾਂ, ਆਤਮਾ ਕਹਿ ਦਿੰਦੇ ਹਾਂ। ਪਰ ਗੱਲ ਇਹ ਹੈ ਕਿ ਆਤਮਾ ਜਿਹੜੀ ਕੌਨਸ਼ੀਅਸਨੈਸ ਹੈ ਉਸ ਦੇ ਵੀ ਚਾਰ ਭਾਗ ਹਨ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਚੇਤਨ ਮਨ, ਔਰ ਫਿਰ ਉਸ ਤੋਂ ਅੰਤਰ ਚੇਤਨ ਮਨ, ਮਾइंड, कॉन्शियस माइंड और सबकॉन्शियस माइंड, ਅਨਕੌਨਸ਼ੀਅਸ ਮਾइंड। ਔਰ ਉਸ ਦੇ ਨਾਲ ਹੀ ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਡੋਰਮੈਂਟ ਲੇਵਲ ਦੇ ਉੱਤੇ ਪਿਆ ਹੋਇਆ ਮਨ, ਉਹ ਕੀ ਸੋਚਦਾ? ਜਿਹੜਾ ਚੇਤਨ ਮਨ ਹੈ ਉਹ ਇੱਕ ਬਰਫ਼ ਦੇ ਢੇਲੇ ਦੀ ਤਰ੍ਹਾਂ, ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਉਹਦਾ ਸਿਰਫ 10ਵਾਂ ਭਾਗ ਹੀ ਸਾਨੂੰ ਨਜ਼ਰ ਆ ਰਿਹਾ ਹੈ। ਉਹ ਮਨ ਅੱਜ ਦੇ ਸੰਸਾਰ ਦੇ ਜੋ ਵਾਤਾਵਰਨ ਹੈ ਉਸ ਤੋਂ ਪ੍ਰਭਾਵਿਤ ਹੁੰਦਾ ਹੈ, ਉਹਦਾ ਅਸਰ ਸਾਡੇ ਮਨ ਦੇ ਉੱਤੇ ਹੁੰਦਾ ਹੈ। ਔਰ ਇਸ ਤਰ੍ਹਾਂ ਹੀ ਉਹ ਜੋ ਮਨ ਦੇ ਉੱਤੇ ਅਸਰ ਹੁੰਦਾ ਹੈ ਉਹ ਕਿੱਥੇ ਚਲਾ ਜਾਂਦਾ ਹੈ ਕਿ ਜਿਹੜਾ ਸਾਡਾ ਅੰਤਰਮਨ ਹੈ, ਜਿਹਨੂੰ ਸਬਕੌਨਸ਼ੀਅਸ ਕਹਿੰਦੇ ਆ, ਔਰ ਉਹ ਬੜਾ ਭੋਲਾ ਭਾਲਾ, ਉਹ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦਾ ਹੈ। ਔਰ ਮਤਲਬ ਕਹਿਣ ਦਾ ਕਿ ਸਾਡੀ ਸਬਕੌਨਸ਼ੀਅਸ ਜਿਹੜੀ ਹੈ ਉਹੀ ਸਭ ਤੋਂ ਵੱਡੀ ਚੀਜ਼ ਹੈ, ਉਹਨੂੰ ਸਟਰੋਂਗ ਬਣਾਉਣ ਦੀ ਜ਼ਰੂਰਤ ਹੈ। ਤਾਂ ਅੱਜ ਇਹਨਾਂ ਵਿਚਾਰਾਂ ਦੇ ਨਾਲ ਹੀ ਆਪਾਂ ਅੱਜ ਦਾ ਵਿਚਾਰ ਵਿਰਾਮ ਦਿੰਦੇ ਹਾਂ, ਤੇ ਅਗਲੀ ਕੜੀ ਵਿੱਚ ਫਿਰ ਆਪਾਂ ਇਹਨਾਂ ਵਿਚਾਰਾਂ ਦੇ ਉੱਤੇ ਹੀ ਵਿਚਾਰ ਕਰਾਂਗੇ। ਸਤਿ ਸ੍ਰੀ ਅਕਾਲ।